ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਸਾਰਿਆਂ ਦਾ। ਸੋ ਸਟੂਡੈਂਟਸ, ਬਹੁਤ ਸਾਰਾ ਪੰਜਾਬ ਦਾ ਸਟੂਡੈਂਟ ਅੱਜ ਦੀ ਡੇਟ ਦੇ ਵਿੱਚ ਜਰਮਨੀ ਜਾ ਰਿਹਾ ਸਟੱਡੀ ਕਰਨ, ਬਟ ਇਹ ਵੀ ਰਿਐਲਿਟੀ ਹੈ ਕਿ ਬਹੁਤ ਸਾਰੇ ਸਟੂਡੈਂਟ ਅਨਅਵੇਅਰ ਵੀ ਨੇ। ਜੇ ਉਹਨਾਂ ਨੂੰ ਪੁੱਛਿਆ ਜਾਵੇ ਤਾਂ ਉਹ ਇਹੀ ਕਹਿੰਦੇ ਨੇ ਕਿ ਮੈਂ ਜਰਮਨੀ ਜੇ ਜਾਵਾਂ ਮੇਰਾ ਕੀ ਫਾਇਦਾ। ਸੋ ਅੱਜ ਦਾ ਜਿਹੜਾ ਸ਼ੋਅ ਹੈ ਇਹੀ ਸਟੂਡੈਂਟਸ ਨੂੰ ਡੈਡੀਕੇਟਿਡ ਹੈ, ਜਿਨ੍ਹਾਂ ਨੂੰ ਜਰਮਨੀ ਬਾਰੇ ਹਜੇ ਨਹੀਂ ਪਤਾ ਤੇ ਉਹ ਇਹੀ ਪੁੱਛ ਰਹੇ ਨੇ ਮੈਂ ਜੇ ਜਰਮਨੀ ਜਾਵਾਂ ਮੇਰਾ ਕੀ ਫਾਇਦਾ। ਅੱਜ ਸਾਡੇ ਨਾਲ ਇੱਕ ਬਹੁਤ ਹੀ ਪ੍ਰੋਮੀਨੈਂਟ ਸ਼ਖਸੀਅਤ ਮੌਜੂਦ ਨੇ ਇਮੀਗ੍ਰੇਸ਼ਨ ਇੰਡਸਟਰੀ ਦੀ, ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਜਸਮੀਤ ਭਾਟੀਆ ਜੀ, ਜਿਹੜੇ ਬਹੁਤ ਸਾਰੇ ਸਟੂਡੈਂਟਸ ਦੇ ਵੀਜ਼ੇ ਲਵਾ ਚੁੱਕੇ ਨੇ। 20,000 ਤੋਂ ਵੱਧ ਵੀਜ਼ਿਆਂ ਦਾ ਉਹਨਾਂ ਦਾ ਰਿਕਾਰਡ ਹੈ। ਸੋ ਉਹਨਾਂ ਤੋਂ ਸਮਝਾਂਗੇ ਕਿ ਜੇ ਕੋਈ ਸਟੂਡੈਂਟ ਜਰਮਨੀ ਜਾਂਦਾ ਹੈ ਉਹਦਾ ਕੀ ਫਾਇਦਾ। ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸੋ ਜਸਮੀਤ ਜੀ, ਉਹ ਸਾਰੀ ਕੈਟੇਗਰੀ ਨੂੰ ਅੱਜ ਤੁਸੀਂ ਮੈਂ ਰੈਫਰ ਕਰਨਾ ਚਾਹੂੰਗਾ ਕਿ ਜਿਹੜੇ ਸਟੂਡੈਂਟਸ ਨੂੰ ਨਹੀਂ ਪਤਾ ਜਰਮਨੀ ਦਾ, ਜਿਨ੍ਹਾਂ ਦਾ ਨੌਲੇਜ ਦੇ ਵਿੱਚ ਕੈਨੇਡਾ, ਆਸਟ੍ਰੇਲੀਆ ਤੇ UK ਹੀ ਨੇ, ਉਹ ਜ਼ਰੂਰ ਪੁੱਛਦੇ ਨੇ ਮੈਂ ਜਰਮਨੀ ਕਿਉਂ ਜਾਵਾਂ, ਕੀ ਫਾਇਦਾ। ਸੋ ਦੀਪਕ ਜੀ, ਫਸਟ ਆਫ ਆਲ ਤਾਂ ਜਰਮਨੀ ਸਿਰਫ ਪੋਸਟ ਗ੍ਰੈਜੂਏਟ ਐਪਲੀਕੇਸ਼ਨਸ ਲਈ ਖੁੱਲ੍ਹਾ ਹੋਇਆ, ਅੰਡਰ ਗ੍ਰੈਜੂਏਟ ਐਪਲੀਕੇਸ਼ਨਸ ਲਈ ਹੱਲੇ ਨਹੀਂ ਖੁੱਲ੍ਹਾ। ਇੱਥੋਂ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਰਮਨੀ ਜਾਣ ਦੇ ਜਿਹੜੇ ਚਾਹਵਾਨ ਹੈਗੇ ਆ ਉਹ ਬਹੁਤ ਜ਼ਿਆਦਾ ਹੈ। ਸੋ ਅੰਡਰ ਗ੍ਰੈਜੂਏਟ ਐਪਲੀਕੇਸ਼ਨਸ ਨੂੰ ਹੈਂਡਲ ਹੀ ਨਹੀਂ ਕਰ ਪਾ ਰਹੇ। ਸੋ ਜੇ ਤੁਸੀਂ ਮਾਸਟਰਸ ਇਨ ਮੈਨੇਜਮੈਂਟ, ਮਾਸਟਰਸ ਇਨ ਕੰਪਿਊਟਰਸ, ਮਾਸਟਰਸ ਇਨ ਡਿਜ਼ਾਈਨ, MBA ਕੁਛ ਇੱਦਾਂ ਦੇ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਜਰਮਨੀ ਇਸ ਟਾਈਮ ਤੁਹਾਡੇ ਲਈ ਖੁੱਲ੍ਹਾ ਹੋਇਆ ਔਰ ਅਪੁਆਇੰਟਮੈਂਟਸ ਮਿਲ ਰਹੀਆਂ ਨੇ। ਸੈਕੰਡਲੀ ਸੀ ਜਰਮਨੀ ਨੂੰ ਅਸੀਂ ਉਸ ਨਜ਼ਰੀਏ ਨਾਲ ਕਾਫੀ ਸਾਰੇ ਸਟੂਡੈਂਟ ਦੇਖਦੇ ਹੀ ਨਹੀਂ ਹੈ ਕਿ ਉੱਥੇ ਵੀ ਓਪਰਚੁਨਿਟੀਜ਼ ਹੈਗੀਆਂ। ਸੋ ਕਾਫੀ ਸਾਰੇ ਸਟੂਡੈਂਟਸ ਨੂੰ ਇਹੀ ਨਹੀਂ ਪਤਾ ਕਿਉਂਕਿ ਯੂਰਪ 'ਚ ਕਾਫੀ ਸਾਰੀ ਜਗ੍ਹਾ 'ਤੇ ਦੀਪਕ ਜੀ ਪਾਰਟ ਟਾਈਮ ਵਰਕ ਅਲਾਊਡ ਨਹੀਂ ਹੈਗਾ। ਸੋ ਜਰਮਨੀ 'ਚ ਪਾਰਟ ਟਾਈਮ ਵਰਕ ਅਲਾਊਡ ਹੈ ਔਰ ਪੜ੍ਹਾਈ ਕਰਨ ਤੋਂ ਬਾਅਦ 1.5 ਸਾਲ ਦਾ ਜੌਬ ਸਰਚ ਵੀਜ਼ਾ ਹੈ। ਔਰ ਜਰਮਨੀ ਗ੍ਰੇਟ 7 ਕੰਟਰੀਜ਼ ਚਾਹੁੰਦਾ। ਮੈਂ ਹਮੇਸ਼ਾ ਇਸ ਲਈ ਐਡ ਕਰਦਾ ਕਿ ਜਿਹੜੇ ਟੌਪ ਦੇ ਕੰਟਰੀ ਹੈਗੇ ਆ USA, UK, ਫਰਾਂਸ, ਜਰਮਨੀ, ਇਹਨਾਂ ਸਾਰੀਆਂ ਟੌਪ ਕੰਟਰੀਜ਼ ਵਿੱਚ ਜਰਮਨੀ ਆਉਂਦਾ। ਇਟ ਇਜ਼ ਵਨ ਆਫ ਦਾ ਗ੍ਰੇਟ 7 ਕੰਟਰੀਜ਼। ਸੋ ਵਰਕ ਓਪਰਚੁਨਿਟੀਜ਼ ਆਰ ਦੇਅਰ। ਜਿੰਨੇ ਵੀ ਇਹ ਵੱਡੇ ਵੱਡੇ ਟੈਕਨੋਲੋਜੀ ਦੇ ਬ੍ਰਾਂਡਸ ਹੈਗੇ ਆ, ਕੋਲਰ, ਗਰੋਹੇ, ਕਾਫੀ ਜ਼ਿਆਦਾ ਇੰਜੀਨੀਅਰਿੰਗ ਰਿਲੇਟਡ ਪ੍ਰੋਡਕਟਸ हैं, वॉक्सवैगन, पोर्शे, स्कॉडा, they all originated from Germany, car and technical related. So there is lot of industry in Germany and जिन्ने भी Fortune 500 कंपनी ਦੇ offices ਹੈਗੇ ਆ they are in Frankfurt or in Berlin. So ਇਹ ਦੋਨੋਂ ਸ਼ਹਿਰ ਬੜੇ ਇੰਪੋਰਟੈਂਟ ਰੋਲ ਪਲੇ ਕਰਦੇ ਆ ਜਰਮਨੀ ਦੇ। ਸੋ ਸਟੂਡੈਂਟਸ ਜਦੋਂ ਅਸੀਂ ਜਰਮਨੀ ਜਾਂਦੇ ਹਾਂ ਤਾਂ ਇਹ ਨਾ ਕਦੀ ਸੋਚ ਕੇ ਜਾਣਾ ਕਿ ਦੇਰ ਆਰ ਨੋ ਜੌਬ ਓਪਰਚੁਨਿਟੀਜ਼ ਔਰ ਵਾਟ ਵਿਲ ਬੀ ਯਰ ਫਿਊਚਰ, ਬਿਕਾਜ਼ ਕਾਫੀ ਵਧੀਆ ਕੰਟਰੀ ਹੈ, ਕਾਫੀ ਸੇਫ ਹੈ ਐਂਡ ਤੁਸੀਂ ਕੀ ਕਹਿੰਦੇ ਜੇ ਪੜ੍ਹਾਈ ਕਰਦੇ ਹੋ ਤਾਂ ਪਾਰਟ ਟਾਈਮ ਜੌਬ ਕਰ ਸਕਦੇ ਹੋ। ਪਾਰਟ ਟਾਈਮ ਜੌਬ ਕਰਨ ਤੋਂ ਬਾਅਦ ਜੇ ਪੜ੍ਹਾਈ ਖਤਮ ਹੁੰਦੀ ਹੈ ਤਾਂ ਜੌਬ ਸਰਚ ਵੀਜ਼ਾ ਹੈ ਔਰ ਜੇ ਤੁਹਾਨੂੰ ਪਰਮਾਨੈਂਟ ਜੌਬ ਜਰਮਨੀ 'ਚ ਮਿਲ ਜਾਂਦੀ ਹੈ ਤਾਂ ਤੁਸੀਂ PR ਵੀ ਲੈ ਸਕਦੇ ਹੋ। ਸੋ ਸਟੂਡੈਂਟਸ ਨੂੰ ਜਿਹੜੇ ਥੋੜ੍ਹੇ ਜਿਹੇ ਡਾਊਟਸ ਹੁੰਦੇ ਆ ਤਾਂ ਸਟੂਡੈਂਟਸ ਨੂੰ ਪਤਾ ਨਹੀਂ ਹੁੰਦਾ, ਬਟ ਫਿਰ ਮੈਂ ਉਹਦੇ ਨਾਲ ਐਡ ਕਰਾਂਗਾ UG ਐਪਲੀਕੇਸ਼ਨਸ ਹਲੇ ਨਹੀਂ ਹੈ, PG ਐਪਲੀਕੇਸ਼ਨਸ ਬਹੁਤ ਜ਼ਿਆਦਾ ਹੈ। ਆਈਲੈਟਸ ਦੀ ਰਿਕੁਆਇਰਮੈਂਟ ਤੇ ਵੀ ਵੇਵਰ ਹੈ ਦੀਪਕ ਜੀ। ਸੋ ਆਈਲੈਟਸ ਨਹੀਂ ਚਾਹੀਦੀ ਜੇ ਤੁਸੀਂ ਆਪਣੀ ਬੈਚਲਰ ਡਿਗਰੀ ਇੰਗਲਿਸ਼ ਮੀਡੀਅਮ 'ਚ ਕੀਤੀ। ਬਹੁਤ ਇੰਪੋਰਟੈਂਟ ਹੁੰਦਾ। ਸਭ ਤੋਂ ਪਹਿਲਾ ਸਵਾਲ ਸਟੂਡੈਂਟਸ, ਮੈਨੂੰ ਪਤਾ ਤੁਸੀਂ ਜਾਣਨਾ ਚਾਹੋਗੇ ਕਿ ਜਾਣਾ ਕਿੰਨਾ ਕੁ ਸੌਖਾ ਹੈ। ਦੂਸਰਾ ਮੈਂ ਇਹ ਵੀ ਤੁਹਾਡੇ ਨਾਲ ਸ਼ੇਅਰ ਕਰੂੰਗਾ ਕਿ ਜਸਮੀਤ ਜੀ ਜਦੋਂ ਖੁਦ ਜਰਮਨੀ ਗਏ, ਪੰਜਾਬ ਦੇ ਸਟੂਡੈਂਟਸ ਨਾਲ ਜਦੋਂ ਮਿਲੇ, ਕਿੱਦਾਂ ਦਾ ਫੀਡਬੈਕ ਮਿਲਿਆ ਉਹਨਾਂ ਨੂੰ। ਸੋ ਜਸਮੀਤ ਜੀ, ਸਭ ਤੋਂ ਪਹਿਲਾਂ ਸਟੂਡੈਂਟਸ ਜਾਣਨਾ ਚਾਹਣਗੇ ਕਿ ਜਾਣਾ ਕਿੰਨਾ ਕੁ ਸੌਖਾ ਹੈ। ਸੋ ਜਾਣਾ ਕੋਈ ਔਖਾ ਨਹੀਂ ਹੈਗਾ, ਪ੍ਰੋਸੈਸ ਹੈ। ਅਗੇਨ ਸਟੈਪ ਵਾਈਜ਼ ਪ੍ਰੋਸੀਜਰ ਹੈ ਦੀਪਕ ਜੀ। ਅਸੀਂ ਕੋਈ ਵੀ ਪੈਕੇਜ 'ਚ ਡੀਲ ਨਹੀਂ ਕਰਦੇ। ਲੈਂਡਮਾਰਕ ਇਮੀਗ੍ਰੇਸ਼ਨ ਸਟੈਪ ਵਾਈਜ਼ ਪ੍ਰੋਸੀਜਰ ਫੋਲੋ ਕਰਦਾ ਹੈ। ਫਸਟ ਆਫ ਆਲ ਤੁਹਾਡੀ ਆਫਰ ਲੈਟਰ ਆਉਂਦੀ ਹੈ, ਕੋਈ ਯੂਨੀਵਰਸਿਟੀ ਜਾਂ ਕਾਲਜ ਅਸੈਸ ਕਰਦਾ ਐਂਡ ਜਦੋਂ ਤੁਹਾਡੀ ਆਫਰ ਲੈਟਰ ਆ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਡਿਪੋਜ਼ਿਟ ਦਿੰਦੇ ਹੋ, ਮਤਲਬ ਇਨੀਸ਼ੀਅਲ ਡਿਪੋਜ਼ਿਟ। ਪੂਰੀ ਸਾਲ ਦੀ ਫੀਸ ਦੇਣ ਦੀ ਜ਼ਰੂਰਤ ਨਹੀਂ ਹੈਗੀ, ਤੁਸੀਂ 2,000 ਯੂਰੋ ਦੇ ਕੇ ਆਪਣੀ ਸੀਟ ਬੁੱਕ ਕਰ ਸਕਦੇ ਹੋ ਐਂਡ ਆਫਟਰ ਵੀਜ਼ਾ ਤੁਸੀਂ ਬਾਕੀ ਫੀਸ ਦੇਣੀ ਹੈ। ਉਸ ਤੋਂ ਬਾਅਦ ਇੱਕ ਬਲੌਕਡ ਅਕਾਊਂਟ ਖੁੱਲ੍ਹਦਾ ਬੱਚੇ ਦਾ ਔਰ ਬਲੌਕਡ ਅਕਾਊਂਟ 'ਚ 10,000 ਯੂਰੋ ਅਸੀਂ ਡਿਪੋਜ਼ਿਟ ਕਰਾਉਣੇ ਆ ਔਰ ਜਿਹੜੇ ਉਹ ਪੈਸੇ GIC ਅਕਾਊਂਟ ਵਾਂਗੂ, ਜਿਵੇਂ ਕੈਨੇਡਾ 'ਚ GIC ਅਕਾਊਂਟ ਖੁੱਲ੍ਹਦਾ ਉੱਦਾਂ ਹੀ ਬਲੌਕਡ ਅਕਾਊਂਟ ਖੁੱਲ੍ਹਦਾ ਔਰ ਬਲੌਕਡ ਅਕਾਊਂਟ ਤੋਂ ਬਾਅਦ ਤੁਸੀਂ ਅਪੁਆਇੰਟਮੈਂਟ ਲੈਂਦੇ ਹੋ ਐਮਬੈਸੀ 'ਚ ਵਿਦ ਆਲ ਯੂਰ ਐਨਰੋਲਮੈਂਟ ਲੈਟਰਸ ਐਂਡ ਐਵਰੀਥਿੰਗ। ਸੋ ਜਦੋਂ ਐਮਬੈਸੀ ਅਪੁਆਇੰਟਮੈਂਟ ਦਿੰਦੀ ਹੈ ਤਾਂ ਯੂ ਗੋ ਫॉर ਐਨ ਇੰਟਰਵਿਊ ਐਂਡ ਬਹੁਤ ਜਲਦੀ ਰਿਜ਼ਲਟ ਵੀ ਆ ਜਾਂਦੇ ਹੈ। ਸੋ ਵੀਜ਼ਾ ਸਕਸੈਸ ਰੇਟ ਇਜ਼ ਕੁਆਇਟ ਹਾਈ। ਸੋ ਮੈਨੂੰ ਲੱਗਦਾ 10 ਚੋਂ 9 ਬੱਚਿਆਂ ਨੂੰ ਵੀਜ਼ਾ ਜਰਮਨੀ ਦਾ ਮਿਲ ਹੀ ਜਾਂਦਾ। ਸੋ ਸਟੂਡੈਂਟਸ, ਮੈਨੂੰ ਲੱਗਦਾ ਜਿਹੜਾ ਪ੍ਰੋਸੈਸ ਹੈ ਉਹ ਕਾਫੀ ਸਿੰਪਲ ਹੈ ਐਂਡ ਯੂ ਸ਼ੁੱਡ ਅਪਲਾਈ ਫॉर ਜਰਮਨੀ ਇਫ ਯੂ ਆਰ ਸੀਇੰਗ ਕਿ ਹੋਰ ਕੋਈ ਆਪਸ਼ਨਸ ਨਹੀਂ ਹੋ ਰਿਹਾ ਆਪਣਾ।
ਕਿਉਂਕਿ ਨਾ ਹੀ ਕੋਈ ਫੰਡ ਸ਼ੋ ਪੁਰਾਣੇ ਚਾਹੀਦੇ ਹੈ, ਨਾ ਹੀ ਕੋਈ ਇੰਗਲਿਸ਼ ਦੇ ਰਿਜਿਡ ਰਿਕੁਆਇਰਮੈਂਟਸ ਹੈਗੀਆਂ। ਪ੍ਰੋਸੈਸ ਇਜ਼ ਵੈਰੀ ਵੈਰੀ ਸਿੰਪਲ। ਔਰ ਜੇ ਤੁਸੀਂ ਜਰਮਨੀ ਜਾਣਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ 90413 90412 ਤੇ। ਜਸਮੀਤ ਜੀ, ਇਹ ਤਾਂ ਗੱਲ ਹੋਈ ਕਿ ਕੀ ਪ੍ਰੋਸੈਸ ਹੈ, ਪ੍ਰੋਸੈਸ ਈਜ਼ੀ ਹੈ, ਕੀ ਬੈਨੀਫਿਟਸ ਨੇ। ਤੁਸੀਂ ਖੁਦ ਜਰਮਨੀ ਗਏ ਹੋ, ਬਿਲਕੁਲ, ਖਾਸ ਕਰਕੇ ਪੰਜਾਬ ਦੇ ਸਟੂਡੈਂਟਸ ਨੂੰ ਤੁਸੀਂ ਉੱਥੇ ਮਿਲੇ ਹੋ, ਉਹ ਜ਼ਰੂਰ ਐਕਸਪੀਰੀਅੰਸ ਸਟੂਡੈਂਟਸ ਨਾਲ ਸ਼ੇਅਰ ਕਰੋ। ਮੈਂ ਯੂਨੀਵਰਸਿਟੀ ਵਿਜ਼ਿਟ ਕੀਤਾ ਔਰ ਬੱਚੇ ਕੀ ਕਹਿੰਦੇ ਆ ਮੈਨੂੰ ਪਛਾਣਦੇ ਸੀ ਤਾਂ ਸਰ ਕਹਿੰਦੇ ਤੁਸੀਂ ਭੇਜਿਆ ਸਾਨੂੰ। ਸੋ ਬੱਚੇ ਡੈਫੀਨੇਟਲੀ ਮੇਰੇ ਕੋਲ ਆ ਗਏ ਐਂਡ ਸਵੇਰ ਦਾ ਟਾਈਮ ਸੀ, ਕਲਾਸਾਂ ਸ਼ੁਰੂ ਹੋਣ ਵਾਲੀਆਂ ਸੀ ਐਂਡ ਮੈਂ ਉਹਨਾਂ ਨੂੰ ਸਭ ਤੋਂ ਪਹਿਲਾ ਸਵਾਲ ਇਹੀ ਪੁੱਛਿਆ ਕਿ ਤੁਸੀਂ ਅੱਜ ਕੱਲ੍ਹ ਤਾਂ ਬੱਚਾ ਆਈਲੈਟਸ ਵਾਲਾ ਸੀ। ਹੈਰਾਨੀ ਦੀ ਗੱਲ ਇਹ ਹੈ ਦੀਪਕ ਜੀ, ਬੱਚੇ ਦੇ 6.5 ਬੈਂਡ ਸੀ ਜਿਹੜਾ ਮੈਨੂੰ ਜਰਮਨੀ 'ਚ ਮਿਲਿਆ ਐਂਡ ਉਹ ਬੱਚਾ ਕਹਿੰਦਾ ਮੈਂ ਕੈਨੇਡਾ ਨਹੀਂ ਜਾਣਾ ਸੀ, ਸੋ ਮੈਂ ਡਿਫਰੈਂਟ ਕੰਟਰੀ ਜਾਣਾ ਚਾਹੁੰਦਾ ਸੀ ਬਿਕੋਜ਼ ਆਈ ਵਾਂਟਡ ਟੂ ਐਕਸਪਲੋਰ ਨਿਊ ਥਿੰਗਸ। ਸੋ ਮੈਂ ਕਿਹਾ ਬੜੀ ਹੈਰਾਨੀ ਦੀ ਗੱਲ ਹੈ ਕਿਉਂਕਿ ਬੱਚਾ ਤਾਂ ਸਰ 6.5 ਬੈਂਡ ਵਾਲਾ ਕੈਨੇਡਾ ਹੀ ਜਾਣਾ ਚਾਹੁੰਦਾ। ਸੋ ਜਦੋਂ ਬੱਚੇ ਨੇ ਮੇਰੇ ਨਾਲ ਗੱਲਬਾਤ ਸ਼ੁਰੂ ਕੀਤੀ ਤਾਂ ਹੀ ਸੀਮ ਟੂ ਬੀ ਕੁਆਇਟ ਹੈਪੀ। ਹੀ ਸੈਡ ਦੈਟ ਆਈ ਐਮ ਰੀਅਲੀ ਲੱਕੀ ਕਿ ਮੈਂ ਜਰਮਨੀ ਆ ਗਿਆ ਔਰ ਮੈਨੂੰ ਪਾਰਟ ਟਾਈਮ ਜੌਬ ਵੀ ਈਜ਼ੀਲੀ ਮਿਲ ਗਈ, ਮੈਨੂੰ ਅਕੋਮੋਡੇਸ਼ਨ ਵੀ ਈਜ਼ੀਲੀ ਮਿਲ ਗਈ ਐਂਡ ਹੀ ਵਾਜ਼ ਰੀਅਲੀ ਹੈਪੀ ਸਟੱਡਿੰਗ ਇਨ ਦ ਯੂਨੀਵਰਸਿਟੀ ਵੇਅਰ ਹੀ ਵਾਜ਼ ਡੂਇੰਗ ਹਿਸ ਕਲਾਸਿਸ। ਸੋ ਜਿਹੜਾ ਫੀਡਬੈਕ ਸੀ ਉਹ ਬੜਾ ਪੋਜ਼ਿਟਿਵ ਸੀ ਐਂਡ ਦੈਟ ਵੀਡੀਓ ਇਜ਼ ਸਟਿਲ ਔਨ ਦ YouTube। ਸੋ ਸਾਡੇ YouTube ਚੈਨਲ ਤੇ ਉਹ ਵੀਡੀਓ ਹੈਗਾ। ਚਲੋ ਇਹ ਐਕਸੈਪਸ਼ਨਲ ਕੇਸ ਹੋ ਗਿਆ, ਨਾਰਮਲ ਐਵਰੇਜ ਸਟੂਡੈਂਟ ਵੀ ਮਿਲੇ ਮੈਂ ਹੋਰ ਵੀ 3-4 ਬੱਚਿਆਂ ਨੂੰ ਮਿਲਿਆ ਜਿਹੜੇ ਉੱਥੇ ਉਹਦੇ ਨਾਲ ਸੀ, ਗਰੁੱਪ ਜਿਹਾ ਸੀ ਬੱਚਿਆਂ ਦਾ। ਸੋ ਦੇ ਵਰ ਰੀਅਲੀ ਹੈਪੀ ਅਬਾਊਟ ਕਮਿੰਗ ਟੂ ਜਰਮਨੀ। ਸੋ ਦੀਪਕ ਜੀ ਫੀਡਬੈਕ ਬੜਾ ਪੋਜ਼ਿਟਿਵ ਸੀ, ਚਾਹੇ ਵਿਦ ਆਈਲੈਟਸ ਹੈ ਚਾਹੇ ਵਿਦਆਊਟ ਆਈਲੈਟਸ ਹੈ, ਫੀਡਬੈਕ ਬਹੁਤ ਪੋਜ਼ਿਟਿਵ ਹੈ ਜਰਮਨੀ ਦਾ। ਪਾਰਟ ਟਾਈਮ ਜੌਬਸ ਬਹੁਤ ਜ਼ਿਆਦਾ ਅਵੇਲੇਬਲ ਹੈ, ਅਕੋਮੋਡੇਸ਼ਨ 'ਚ ਏਡੀ ਕੋਈ ਦਿੱਕਤ ਨਹੀਂ, ਇਨਕਮ ਵਧੀਆ ਹੋ ਜਾਂਦੀ ਸਟੂਡੈਂਟਸ। ਸੋ ਮਿਨੀਮਮ ਵੇਜ ਰੇਟ ਇਜ਼ 10 euros। ਸੋ ਜੇ ਅਸੀਂ ਗੱਲ ਕਰਦੇ ਹਾਂ ਇਫ ਵੀ ਕੰਪੇਅਰ ਟੂ ਕੈਨੇਡਾ 15 ਯੂਰੋ ਕੁਛ ਜਗ੍ਹਾ ਤੇ ਹੈਗੀ ਹੈ ਔਰ ਕੁਛ ਜਗ੍ਹਾ ਤੇ ਨਹੀਂ ਹੈਗੀ ਹੈ ਕੈਨੇਡਾ ਦੇ। ਸੋ 10 ਯੂਰੋ ਜਰਮਨੀ ਦੇ ਔਰ 15 ਯੂਰੋ ਕੈਨੇਡਾ ਦੇ। ਸੋ ਇਫ ਵੀ ਕੰਪੇਅਰ ਸੋ ਇਟ ਇਜ਼ ਐਟ ਪਾਰ। ਸੋ ਮੈਨੂੰ ਲੱਗਦਾ ਕਿ ਔਰ ਇੱਕ ਹੋਰ ਚੀਜ਼ ਆ ਜਾਂਦੀ ਹੈ, ਤੁਸੀਂ ਅਗਲਾ ਸਵਾਲ ਮੈਨੂੰ ਪੁੱਛੋਗੇ ਕਿ ਇੰਡੀਅਨ ਕਮਿਊਨਿਟੀ ਹੈਗੀ ਹੈ ਕਿ ਨਹੀਂ ਹੈਗੀ। ਸੋ ਇੰਡੀਅਨ ਕਮਿਊਨਿਟੀ ਵੀ ਹੈਗੀ ਹੈ, ਏਸ਼ੀਅਨ ਕਮਿਊਨਿਟੀ ਕਹਿ ਸਕਦੇ ਹਾਂ, ਉੱਥੇ ਕਾਫੀ ਜ਼ਿਆਦਾ ਹੈਗੀ ਹੈ। ਸੋ ਇੰਡੀਅਨ ਫੂਡ ਇਜ਼ ਨਾਟ ਅ ਪ੍ਰੋਬਲਮ ਇਨ ਮੇਜਰ ਸਿਟੀਜ਼, ਫਰੈਂਕਫਰਟ, ਬਰਲਿਨ, ਮਿਊਨਿਕ ਵਰਗੇ ਸ਼ਹਿਰਾਂ 'ਚ ਯੂ ਡੋਂਟ ਨੀਡ ਟੂ ਬੀ ਵਰਿਡ ਅਬਾਊਟ ਕਿ ਤੁਹਾਨੂੰ ਕੋਈ ਪ੍ਰੋਬਲਮ ਆਏਗੀ ਫੂਡ ਦੀ ਵੀ ਜਾਂ ਆਪਣੇ ਕਮਿਊਨਿਟੀ ਦੀ। ਸੋ ਮੇਰਾ ਜੇ ਟਰੈਵਲ ਸ਼ਡਿਊਲ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੀ ਕਹਿੰਦੇ ਆ ਸਾਡਾ ਇੰਸਟਾਗ੍ਰਾਮ ਪੇਜ ਔਰ ਫੇਸਬੁੱਕ ਪੇਜ ਨੂੰ ਜ਼ਰੂਰ ਲਾਈਕ ਕਰੋ ਕਿਉਂਕਿ ਮੈਂ ਹਰ ਆਲਟਰਨੇਟ ਡੇ 'ਤੇ ਟਰੈਵਲ ਹਾਂ। ਸੋ ਜਿਵੇਂ ਮੈਂ ਕੱਲ੍ਹ ਅੰਮ੍ਰਿਤਸਰ ਆਫਿਸ ਹਾਂ, ਇੱਕ ਦਿਨ ਛੱਡ ਕੇ ਮੋਹਾਲੀ ਆਫਿਸ ਹਾਂ, ਫਿਰ ਮੈਂ ਚੰਡੀਗੜ੍ਹ ਆਫਿਸ ਹਾਂ। ਸੋ ਜੋ ਮੇਰਾ ਟਰੈਵਲ ਸ਼ਡਿਊਲ ਹੈ ਉਹ ਜ਼ਰੂਰ ਤੁਸੀਂ ਕੀ ਕਹਿੰਦੇ ਆ ਦੇਖੋ ਔਰ ਜੇ ਤੁਸੀਂ ਮੈਨੂੰ ਵੱਖ-ਵੱਖ ਆਫਿਸਿਸ 'ਚ ਮਿਲਣਾ ਚਾਹੁੰਦੇ ਹੋ ਤਾਂ ਜ਼ਰੂਰ ਮਿਲੋ ਔਰ ਅਸੀਂ ਤੁਹਾਡੀ ਪ੍ਰੋਬਲਮ ਦਾ ਜਲਦ ਤੋਂ ਜਲਦ ਸੋਲਿਊਸ਼ਨ ਦੇਵਾਂਗੇ। ਸੋ ਜੇ ਸਟੂਡੈਂਟਸ ਤੁਸੀਂ ਕੈਨੇਡਾ ਨਹੀਂ ਜਾਣਾ ਚਾਹੁੰਦੇ ਜਾਂ ਕਿਸੇ ਵਜ੍ਹਾ ਕਰਕੇ ਨਹੀਂ ਜਾ ਸਕਦੇ ਤਾਂ ਜਰਮਨੀ ਇੱਕ ਵਧੀਆ ਓਪਰਚੁਨਿਟੀ ਹੋ ਸਕਦੀ ਹੈ। ਸੋ ਮੈਂ ਜ਼ਰੂਰ ਕਹੂੰਗਾ ਕਿ ਜਰਮਨੀ ਦੇ ਐਸਪੈਕਟਸ ਨੂੰ ਵੀ ਤੁਸੀਂ ਜ਼ਰੂਰ ਐਕਸਪਲੋਰ ਕਰੋ। ਕੋਈ ਫਰਦਰ ਇਨਫੋਰਮੇਸ਼ਨ ਤੁਸੀਂ ਚਾਹੁੰਦੇ ਹੋ ਜਾਂ ਜਸਮੀਤ ਜੀ ਨੂੰ ਪਰਸਨਲੀ ਮਿਲ ਕੇ ਆਪਣਾ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਤਾਂ 90413 90412 ਤੇ ਕਾਲ ਵੀ ਕਰ ਸਕਦੇ ਹੋ। ਧੰਨਵਾਦ। ਥੈਂਕ ਯੂ ਸੋ ਮਚ।